जी अस्सलाम वालेकुम सत श्री अकाल जी। एक होर दिन की शुरुआत हो गई है। असी तैयार बर तैयार हो गए हैं। रात असी इत्थे जंगल दे विच रहे सां ते हुण आपां बिल्कुल तैयार बर तैयार अपने अगले सफ़र ते। सो इस सफ़र दे विच बहुत सारिया चीज़ां वेखांगे ते विखावांगे। वैसे अज दा प्लान तो यही है कि इत्थे एक नैशनल पार्क है और वो नैशनल पार्क वेखांगे असी। सो रात का जोड़ा ट्रिप है एक औखा जिहा ना सी। सो उत्थे आपां रुकांगे। सो लगभग साडा जोड़ा अज दिन की शुरुआत है वो हो चुकी है। यह साडी लारी तैयार बर तैयार हैगी है। साडे साबी भाजी भी तैयार हो चुके ने ते हुण आपां चाले पा देने बस कुछ ही मिनटां दे विच। ਅੱਜ ਦੇ ਸਫ਼ਰ ਦੇ ਵਿੱਚ ਅਸੀਂ ਨਾਰਵੇ ਦੇ ਇਸ ਨੈਸ਼ਨਲ ਪਾਰਕ ਤੋਂ ਟਰੋਲਟੂੰਗਾ ਦੇ ਬੇਸ ਤੱਕ ਦਾ ਸਫ਼ਰ ਕਰਾਂਗੇ। ਟਰੋਲਟੂੰਗਾ ਚੂँਕਿ ਇੱਥੇ ਦੀ ਬੜੀ ਮਸ਼ਹੂਰ ਜਗ੍ਹਾ ਹੈ ਔਰ ਉਹਦੇ ਵਾਸਤੇ ਪੈਦਲ ਹਾਈਕ ਕਰਨੀ ਪੈਂਦੀ ਹੈ। ਸੋ ਇਸ ਗੱਡੀ ਦੇ ਵਿੱਚ ਅਸੀਂ ਟਰੋਲਟੂੰਗਾ ਦੇ ਬੇਸ ਤੱਕ ਦਾ ਸਫ਼ਰ ਕਰਾਂਗੇ ਔਰ ਕੱਲ੍ਹ ਅਸੀਂ ਜਾਂ ਤਾਂ ਟਰੋਲਟੂੰਗਾ ਦੀ ਹਾਈਕ ਕਰਾਂਗੇ ਜਾਂ ਫਿਰ ਇੱਕ ਪੰਜਾਬੀ ਫੈਮਿਲੀ ਹੈ ਅਸੀਂ ਉਹਨਾਂ ਨੂੰ ਉੱਥੇ ਮਿਲਣ ਜਾਵਾਂਗੇ। ਸੋ ਇਸ ਸਫ਼ਰ ਦੇ ਵਿੱਚ ਅਸੀਂ ਨਾਰਵੇ ਦੀ ਬਹੁਤ ਸਾਰੀਆਂ ਥਾਵਾਂ ਬਾਰੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਿਸੇ ਵੀ ਮੁਲਕ ਦੇ ਕੁਦਰਤੀ ਵਸਾਇਲ ਇਸ ਮੁਲਕ ਦੀ ਤਰੱਕੀ ਦੇ ਵਿੱਚ ਬੜਾ ਹੀ ਅਹਿਮ ਕਿਰਦਾਰ ਅਦਾ ਕਰਦੇ ਨੇ ਕਿਉਂਕਿ ਕੁਦਰਤ ਵੱਲੋਂ ਇਹ ਦਾਤ ਤਾਂ ਇਸ ਧਰਤੀ ਨੂੰ ਬਿਲਕੁਲ ਫ੍ਰੀ ਹੁੰਦੀ ਹੈ, ਮੁਫਤ ਹੁੰਦੀ ਹੈ, ਪਰ ਇਹਦੇ ਨਾਲ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸੰਵਰ ਜਾਂਦੀ ਹੈ। ਤੁਸੀਂ ਅਰਬ ਵੀ ਵੇਖ ਲਓ ਕਿ ਉਹ ਤਾਂ ਬਿਲਕੁਲ ਬੰਜਰ ਹੈ, ਸਹਿਰਾ ਹੀ ਸਹਿਰਾ ਨੇ, ਲੇਕਿਨ ਤੇਲ ਚੂੰਕੇ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਸੰਵਾਰ ਦਿੰਦਾ ਹੈ। ਇਸੇ ਤਰ੍ਹਾਂ ਤੁਸੀਂ ਪੰਜਾਬ 'ਚ ਵੇਖ ਲਓ ਖੇਤੀਬਾੜੀ ਜਾਂ ਜ਼ਿਮੀਂਦਾਰਾ ਜਾਂ ਕੁਦਰਤ ਵੱਲੋਂ ਐਸੀ ਦਾਤ ਨੇ, ਮੌਸਮ ਹੈ ਉੱਥੇ ਦਾ ਜੋ ਉੱਥੇ ਦੇ ਲੋਕਾਂ ਨੂੰ ਬਾਕੀ ਇਲਾਕਿਆਂ ਤੋਂ ਫੌਕੀਅਤ ਦੇ ਦਿੰਦਾ ਹੈ। ਇਸੇ ਤਰ੍ਹਾਂ ਹੀ ਨਾਰਵੇ ਦੇ ਕੋਲ ਵੀ ਕੁਦਰਤੀ ਵਸਾਇਲ ਨਾਲ ਇਹ ਮੁਲਕ ਜਿਹੜਾ ਹੈ ਉਹ ਮਾਲਾ ਮਾਲ ਹੈ। ਇਹ ਮੁਲਕ ਹਮੇਸ਼ਾ ਇਸ ਤਰ੍ਹਾਂ ਤਰੱਕੀ ਯਾਫਤਾ ਨਹੀਂ ਸੀਗਾ। ਇੱਥੇ ਇਹ ਤਰੱਕੀ ਜਿਹੜੀ ਹੈ 1970 ਦੇ ਵਿੱਚ ਜਦੋਂ ਇੱਥੇ ਤੇਲ ਨਿਕਲਿਆ ਉਸ ਤੋਂ ਬਾਅਦ ਹੀ ਹੋਈ। ਪਰ ਜੇ ਕੁਦਰਤੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਨਾਰਵੇ ਮੈਨੂੰ ਲੱਗਦਾ ਹੈ ਸ਼ੁਰੂ ਤੋਂ ਹੀ ਖੂਬਸੂਰਤ ਸੀ ਅਤੇ ਹਸੀਨੋ ਜਮੀਲ ਸੀ। ਪਰ ਚੂँਕਿ ਇਹਨਾਂ ਕੋਲ ਲੋਕਾਂ ਕੋਲ ਵਸਾਇਲ ਨਹੀਂ ਸੀ ਇਹਨਾਂ ਥਾਵਾਂ 'ਤੇ ਪਹੁੰਚਣ ਤੱਕ ਦੇ, ਜਾਂ ਚੂँਕਿ ਆਪਾਂ ਪਹਿਲੇ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਨਾਰਵੇ ਦੇਸ਼ ਬਹੁਤ ਖਿਲਰਿਆ ਹੋਇਆ ਹੈ, ਟਾਪੂਆਂ 'ਤੇ, ਜਜ਼ੀਰਿਆਂ 'ਤੇ, ਆਈਸਲੈਂਡ 'ਤੇ ਮੁਸ਼ਤਮਿਲ ਹੈਗਾ। ਸੋ ਚੂँਕਿ ਜਦੋਂ ਇਨਫਰਾਸਟਰਕਚਰ ਨਹੀਂ ਸੀਗਾ, ਮੁਲਕ ਕੋਲ ਪੈਸੇ ਨਹੀਂ ਸੀਗੇ ਇਨਫਰਾਸਟਰਕਚਰ ਨੂੰ ਬਣਾਉਣ ਲਈ, ਅਤੇ ਜਦੋਂ ਤੇਲ ਦੇ ਰਾਹੀਂ ਇਹਨਾਂ ਕੋਲ ਪੈਸਾ ਆਇਆ ਇਹਨਾਂ ਨੇ ਇਨਫਰਾਸਟਰਕਚਰ ਡਿਵੈਲਪ ਕੀਤਾ। ਅਤੇ ਤੁਸੀਂ ਵੇਖ ਲਓ ਕਿ ਨਾਰਵੇ ਜਿਹੜਾ ਹੈ ਇੱਕ ਤਾਂ ਹੁਣ ਜੁੜ ਗਿਆ ਹੈ ਇਹਨਾਂ ਦੇ ਜਿਹੜੇ ਟਨਲ ਰਾਹੀਂ, ਜਾਂ ਤੁਸੀਂ ਕਹਿ ਲਓ ਕਿ ਇਹਨਾਂ ਨੇ ਸਮੁੰਦਰ ਦੇ ਥੱਲੋਂ ਵੀ ਟਨਲ ਕੱਢਤੇ ਆ, ਪਹਾੜਾਂ ਦੇ ਵਿੱਚੋਂ ਵੀ ਟਨਲ ਕੱਢਤੇ ਆ। ਸੋ ਇੱਥੇ ਲੋਕਾਂ ਦੀ ਪਹੁੰਚ ਜਾਂ ਆਪਸ ਦੇ ਵਿੱਚ ਲੈਣ ਦੇਣ ਬੜੀ ਆਸਾਨ ਹੋ ਗਈ ਹੈ। ਸੋ ਇਸ ਕਰਕੇ ਇਹ ਮੁਲਕ ਜਿਹੜਾ ਹੈ ਹੋਰ ਤਰੱਕੀ ਕਰ ਰਿਹਾ ਹੈ। ਨਾਰਵੇ ਦਾ ਕਮ ਅਜ਼ ਕਮ ਜਿਹੜਾ ਇਲਾਕਾ ਹੈ ਉਹ 60% ਇਲਾਕਾ ਪਹਾੜੀ ਜਾਂ ਫਿਰ ਝੀਲਾਂ ਦੇ ਉੱਪਰ ਮੁਸ਼ਤਮਿਲ ਹੈ ਅਤੇ 37% ਇਸ ਮੁਲਕ ਦੇ ਵਿੱਚ ਜੰਗਲਾਤ ਨੇ। ਮਤਲਬ ਇਹ ਕਿ ਸਾਰੇ ਨਾਰਵੇ ਦੇ ਵਿੱਚ ਸਿਰਫ 3% ਇਲਾਕਾ ਹੈ ਜਿਹਦੇ ਉੱਪਰ ਜ਼ਿੰਮੇਦਾਰੀ ਜਿਹੜੀ ਹੈ ਉਹ ਹੁੰਦੀ ਹੈ, ਕਾਸ਼ਤਕਾਰੀ ਜਿਹੜੀ ਹੈ ਉਹ ਹੁੰਦੀ ਹੈ ਜਾਂ ਕੀਤੀ ਜਾਂਦੀ ਹੈ। ਨਾਰਵੇ ਦੇ ਵਿੱਚ ਕੁੱਲ 47 ਨੈਸ਼ਨਲ ਪਾਰਕ ਨੇ। ਚੂँਕਿ ਅੱਜ ਆਪਾਂ ਨੈਸ਼ਨਲ ਪਾਰਕ ਦੇ ਵਿੱਚ ਫਿਰ ਰਹੇ ਹਾਂ ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਪੂਰੀ ਦੁਨੀਆ ਦੇ ਵਿੱਚ ਲਗਭਗ 6500 ਦੇ ਕਰੀਬ ਨੈਸ਼ਨਲ ਪਾਰਕ ਨੇ ਅਤੇ ਨਾਰਵੇ ਦੇ ਵਿੱਚ 47 ਨੈਸ਼ਨਲ ਪਾਰਕ ਨੇ। ਅਤੇ ਇਹ ਨਾਰਵੇ ਦਾ ਕੁੱਲ ਇਲਾਕੇ ਦਾ 12 ਤੋਂ 15% ਬਣਦਾ ਹੈ। ਲਾਇਆ ਟੇਪ ਲਾਈ ਰੇਡੀਅਮ। ਅੱਛਾ। ਤੇ ਰਾਤ ਨੂੰ ਫਿਰ ਜਾਗਦੇ ਹੋਣਗੇ ਨਾ, ਇਸ ਰਸਤਾ ਪਤਾ ਲੱਗੇ ਵੀ ਨਾ, ਮੰਨ ਲਓ ਜਿੱਦਾਂ ਚਿੱਟੀ ਲਾਈਨ ਮਿਟੀ ਪਈ ਹੈ, ਬੋਰਡ ਆਇਆ ਵੀ ਇੰਨਾ ਨਾ ਕਲੀਅਰ ਦਿਸੇ ਬੰਦੇ ਨੂੰ ਤੇ ਲਾ ਦੇਵੇ ਸਿੱਧਾ ਹੀ। ਸਹੀ ਸਹੀ ਸਹੀ। ਇਹ ਇੰਝ ਜਾਪ ਰਿਹਾ ਜਿਵੇਂ ਇਸ ਝੀਲ ਨੇ ਜਿਹੜਾ ਹੈ ਉਹ ਸਫੈਦ ਚਾਦਰ ਜਿਹੜੀ ਹੈ ਉਹ ਓੜੀ ਹੋਵੇ। ਅਤੇ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਜੂਨ ਜੁਲਾਈ ਦਾ ਮਹੀਨਾ ਹੈ, ਲੇਕਿਨ ਇਸ ਦੇ ਬਾਵਜੂਦ ਜਿਹੜਾ ਹੈ ਉਹ ਇਹ ਪੂਰੀ ਦੀ ਪੂਰੀ ਝੀਲ ਜਿਹੜੀ ਹੈ ਉਹ ਬਰਫ਼ ਦੇ ਨਾਲ ਢੱਕੀ ਹੋਈ ਹੈ। ਔਰ ਆਲ ਦੁਆਲ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਟਰਕਚਰਸ ਬਣੇ ਹੋਏ ਨੇ ਛੋਟੇ ਛੋਟੇ ਨਾ। ਇਹ ਇੰਡੀਆ ਵਾਲੇ ਪਾਸੇ ਅਗਰ ਮੈਂ ਆਸਾਨ ਕਰ ਦੇਵਾਂ ਤਾਂ ਹਿਮਾਲਿਆ ਦੇ ਕਰੀਬ ਵੀ ਇਹ ਛੋਟੇ ਛੋਟੇ ਲੋਕ ਸਟਰਕਚਰ ਬਣਾਉਂਦੇ ਨੇ। ਪਾਕਿਸਤਾਨ ਦੇ ਵੀ ਅਗਰ ਗਿਲਗਿਤ ਬਲਤਿਸਤਾਨ ਵਾਲੇ ਪਾਸੇ ਜਾਓ ਤਾਂ ਉੱਥੇ ਵੀ ਅਮੂਮਨ ਲੋਕਾਂ ਨੇ ਇਹ ਕੀਤਾ ਹੁੰਦਾ। ਲੇਕਿਨ ਨਾਰਵੇ ਦੀ ਖਾਸ ਗੱਲ ਇਹ ਹੈ ਕਿ ਇੱਧਰ ਦੇ ਲੋਕ ਇਹ ਸਟਰਕਚਰ ਤਾਂ ਬਣਾਉਂਦੇ ਨੇ ਕਿ ਇੱਥੇ ਇੱਕ ਮਿਥ ਹੈਗੀ ਹੈ ਕਿ
ਇਸ ਤਰ੍ਹਾਂ ਸਟਰਕਚਰ ਬਣਾ ਕੇ ਤੇ ਜੋ ਦੁਆ ਮੰਗੀ ਜਾਵੇ ਤੇ ਉਹ ਪੂਰੀ ਹੋ ਜਾਂਦੀ ਹੈ। ਸੋ ਇਹ ਵੱਖ-ਵੱਖ ਇਲਾਕਿਆਂ ਦੀ ਆਪਣੀ ਇੱਕ ਤਹਿਜ਼ੀਬ ਹੈ। ਸਤ੍ਹਾ ਸਮੁੰਦਰ ਤੋਂ ਸਿਰਫ 940 ਮੀਟਰ ਦੀ ਦੂਰੀ ਤੇ, ਮਤਲਬ 1 ਕਿਲੋਮੀਟਰ ਵੀ ਨਹੀਂ ਸਤ੍ਹਾ ਸਮੁੰਦਰ ਤੋਂ ਆਪਾਂ ਉੱਪਰ ਹੈਗੇ। ਪਰ ਇਹ ਖੂਬਸੂਰਤ ਪਹਾੜ, ਸਰਦ ਹਵਾ, ਇਹ ਝਰਨੇ, ਆਬਸ਼ਾਰਾਂ ਤੇ ਝੀਲਾਂ, क्या खूबसूरत नज़ारा है जी। क्या करें दिल का क्या करें थोड़ी ऊंची बोलो, आवाज़ छू शांति बहुत ज़्यादा। फर्क सिर्फ इतना है बस बदलना जाना मेरा दिल एक दिन लिखे जो खत तुझे। वाह 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 वाह, क्या बात है। याद में कितने बटे रंग के नजारे बन गए जो सुबह हुई तो सवेरा जब हुआ सुबह हुई, चलो यार सेम ही नहीं आओ, सेम है। सवेरा जब हुआ तो फूल खिल गए यार मैं इंदा नहीं यार मैं भाई या तो अपना गा लो या मेरा सुन लो। आओ ठीक है ना ਭਾਈ ਜਿੰਨੇ ਗਾਣਾ ਲਿਖਿਆ ਨਾ ਭਾਈ ਮੈਂ ਉਹਨੇ ਖੁਦਕੁਸ਼ੀ ਕਰ ਦੇਣੀ ਇੱਥੇ ਹੀ। ਕਿੱਥੇ ਹੈਗਾ ਕਿੱਥੇ ਡਰੋਨ। ਖਾਣੇ ਪੀਤੇ ਤੁਪਕਾ ਮੈਂ ਤੇ ਪੀਤੀ ਬਾਟੇ ਨਾਲ ਮੈਂ ਕਿਹਾ ਚੜ ਗਈ ਓਏ ਮੈਂ ਕਿਹਾ ਚੜ ਗਈ ਓਏ ਮੈਂ ਕਿਹਾ ਚੜ ਗਈ ਓਏ ਚੜਾਤੇ ਨਾਲ I don't know what it ਆ ਦੇਖੋ ਬਾਕੀ ਜਾਣੇ ਸਾਰੇ ਆਪਾਂ ਐਸ਼ ਕਰਨੇ ਆ ਨਾ, ਚਿਪਸ ਖਾ ਰਹੇ ਆ, ਕੋਲਡ ਡਰਿੰਕਾਂ ਪੀ ਰਹੇ ਆ। ਲਵਲੀ ਭਾਜੀ ਇੱਕ ਚੰਗੀ ਬਹੂ ਦੀ ਤਰ੍ਹਾਂ। ਲੋ ਜੀ ਅੱਜ ਤੁਹਾਨੂੰ ਡਿਸ਼ ਖਵਾ ਰਹੇ ਆ, ਵਿੱਚ ਹੀ ਮੀਟ ਆ ਤੇ ਵਿੱਚ ਹੀ ਪਨੀਰ ਆ। ਇਹ ਜੀ ਡਿਸ਼ ਤੁਸੀਂ ਕਦੀ ਵੀ ਨਹੀਂ ਖਾਧੀ ਹੋਣੀ। ਇਹ ਨਾ ਸੋਚੇ ਕਿ ਭਾਜੀ ਨੇ ਬਣਾਈ ਆ, ਇੱਥੇ ਬਸ ਗਰਮ ਕੀਤੀ ਆ। ਲਓ ਜੀ ਫਿਰ ਖਾਵਾਂਗੇ ਅੱਜ ਸਾਰੇ ਇਕੱਠੇ। ਠੀਕ ਆ ਜੀ, ਸਹੀ ਹੋ ਗਿਆ ਨਾ। ਭਾਜੀ ਜੇ ਸਵਿਟਜ਼ਰਲੈਂਡ ਇਸ ਤੋਂ ਜ਼ਿਆਦਾ ਖੂਬਸੂਰਤ ਆ ਨਾ ਤੇ ਕਿੰਨਾ ਕੁ ਖੂਬਸੂਰਤ ਹੋਇਆ, ਕਿਉਂਕਿ ਇਹ ਖੂਬਸੂਰਤ ਆ ਤੇ ਇਸ ਤੋਂ ਸਵਿਟਜ਼ਰਲੈਂਡ ਮੈਂ ਕਹਿੰਦਾ ਬਰਾਬਰ ਦਾ ਜਾਨੀ ਕਿ ਟੱਕਰ ਆ ਪੂਰੀ ਨਾਰਵੇ ਤੇ। ਹਾਂ ਸਵਿਟਜ਼ਰਲੈਂਡ ਦੀਆਂ ਦੋ ਤਿੰਨ ਚੀਜ਼ਾਂ ਭਾਜੀ ਖਾਸ ਹਨ। ਇਹ ਆਪਾਂ ਨੈਚੁਰਲ ਦੇਖੀਏ, ਸਵਿਟਜ਼ਰਲੈਂਡ ਬਹੁਤ ਛੋਟਾ ਕੰਪੇਅਰ ਟੂ ਨਾਰਵੇ ਤੇ ਨਾਰਵੇ ਬਹੁਤ ਵੱਡਾ। ਸਵਿਟਜ਼ਰਲੈਂਡ ਦੇ ਵਿੱਚ ਇਹ ਹੈ ਕਿ ਉਹਦੇ ਵੀ ਜਿਹੜੇ ਪਿੰਡ ਟਾਊਨ ਹਨਾ, ਉਹ ਐਂ ਲੱਗਦਾ ਪੋਲਿਸ਼, ਸਾਫ ਸਫਾਈ, ਉਹ ਇਹ ਚੀਜ਼ਾਂ ਨੂੰ ਬਹੁਤ ਖੂਬਸੂਰਤ ਬਣਾਉਂਦੀਆਂ। ਜਿਹੜੇ ਮਹੀਨੇ ਦੇ ਵਿੱਚ ਉਹੀ ਗ੍ਰੀਨਰੀ ਵੀ ਉਹਨਾਂ ਨੇ ਵੀ ਨਾ, ਜਿੱਦਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵਾ ਕਿ ਸਾਡੇ ਆ ਮੁਲਕ ਦੀ ਆਹ ਰੈਪੂਟੇਸ਼ਨ ਆ ਦੁਨੀਆ ਦੇ ਵਿੱਚ, ਇਸ ਕਰਕੇ ਸਾਡੇ ਤੇ ਮੇਬੀ ਉਹ ਲੋਕਲ ਵੀ ਉਸੇ ਤਰੀਕੇ ਨਾਲ ਹੀ ਆਪਣੇ ਦੇਸ਼ ਨੂੰ, ਪਿੰਡ ਨੂੰ ਮੇਨਟੇਨ ਕਰਕੇ ਰੱਖਦੇ ਆ। ਤੁਸੀਂ ਵੇਖੋ ਨਾ, ਮੈਂ ਤਾਂ ਸਿੰਪਲ ਇੱਕ ਗੱਲ ਆਉਂਦਾ ਹੁੰਦਾ ਕਿ ਜਿਹੜੀ ਸਫਾਈ ਆ ਉਹ ਚੀਜ਼ਾਂ ਨੂੰ ਬਹੁਤ ਸੋਹਣਾ ਦਿਖਣ ਲਾ ਦਿੰਦੀ ਹੈ। ਸੋ ਝੌਂਪੜੀ ਆ, ਉਹ ਜੇ ਸਫਾਈ ਦੇ ਵਿੱਚ ਆ ਤਾਂ ਝੌਂਪੜੀ ਸੋਹਣੀ ਲੱਗੂਗੀ। ਮਹਿਲ ਜੇ ਗੰਦਗੀ ਦੇ ਵਿੱਚ ਆ ਤਾਂ ਮਹਿਲ ਵੀ ਬੁਰਾ ਲੱਗਦਾ ਵਾ। ਵਾਹ ਜੀ ਵਾਹ, ਕੀ ਬਾਤ। ਸੋ ਉਹ ਇਸੇ ਕਰਕੇ ਵੀ ਉਹ ਸਾਫ ਸਫਾਈ ਆ ਨਾ ਜਿਹੜੀ ਇਹਨਾਂ ਮੁਲਕਾਂ ਦੀ, ਉਹ ਇਹਨਾਂ ਚੀਜ਼ਾਂ ਨੂੰ ਹੋਰ ਸੋਹਣਾ ਬਣਾਉਂਦੀ ਆ। ਬਹਰਹਾਲ ਬਾ ਕਮਾਲ। ਨਾਰਵੇ ਦੇ ਵਿੱਚ ਇੱਕ ਆਮ ਜੀ ਗੱਲ ਹੈ ਕਿ ਤੁਹਾਨੂੰ ਘਰਾਂ ਦੇ ਉੱਪਰ ਘਾਹ ਜਿਹੜਾ ਹੈ ਉਹ ਉਗਿਆ ਹੋਇਆ ਨਜ਼ਰ ਆਇਆ ਹੋਏਗਾ। ਔਰ ਇਹ ਘਾਹ ਜਿਹੜਾ ਹੈ ਇਹਨਾਂ ਨੇ ਤਾਂ ਲਾਇਆ ਹੁੰਦਾ ਹੈ ਛੱਤਾਂ ਦੇ ਉੱਪਰ ਕਿ ਗਰਮੀਆਂ ਦੇ ਵਿੱਚ ਇਹਦੇ ਨਾਲ ਘਰ ਜਿਹੜੇ ਨੇ ਉਹ ਠੰਡੇ ਰਹਿੰਦੇ ਨੇ, ਔਰ ਸਰਦੀਆਂ ਦੇ ਵਿੱਚ ਜਿਹੜੇ ਨੇ ਇਹ ਘਰ ਜਿਹੜੇ ਨੇ ਫਿਰ ਉਹ ਗਰਮ ਰਹਿੰਦੇ ਨੇ। ਕਿਆ ਨਜ਼ਾਰੇ, ਓਏ ਹੋਏ 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 ਹੋਏ। ਭਾਈ ਕਿਤੇ ਗੱਡੀ ਨਹੀਂ ਲੱਗ ਸਕਦੀ। ਨਾਰਵੇ ਦੀ ਟਨਲ ਤਾਂ ਹੈ ਹੀ ਹੈ, ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਇੱਕ ਟਨਲ ਦੇ ਨਾਲ ਦੂਜਾ ਟਨਲ ਜਿਹੜਾ ਹੈ ਉਹ ਤੁਹਾਨੂੰ ਵੱਖ, ਉਹਦੀ ਜਿਹੜੀ ਦਿਖਾਵਟ ਹੈ ਉਹ ਵੱਖ ਨਜ਼ਰ ਆ ਰਹੀ ਹੋਵੇਗੀ, ਨਜ਼ਰ ਆਏਗੀ।
ਭਾਜੀ ਇੱਥੋਂ ਉਹ ਚੀਜ਼ ਨਹੀਂ ਨਜ਼ਰ ਆਏਗੀ। ਆ ਵੇਖੋ ਜੀ, ਹੋਏ 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 ਹੋਏ, ਕਿਆ ਬਾਤ ਹੈ ਨਾ, ਦੋ ਸਾਈਡਾਂ ਤੋਂ ਆ ਕੇ ਇੱਕ ਬਣ ਕੇ ਡਿੱਗ ਰਿਹਾ ਹੈ। ਕੀ ਬਾਤਾਂ ਹੈ। ਆਹ ਵੇਖੋ ਦੋ ਦੇ ਵਾਟਰਫਾਲ ਵਾਸਤੇ ਵੀ ਫॉर ਵਿਕਟਰੀ ਆ ਪਿਆ ਕੰਮ। ਸੋ ਜਿੱਦਾਂ ਜਿੱਦਾਂ ਆਪਾਂ ਨਾਰਵੇ ਦਾ ਸਫ਼ਰ ਕਰੀ ਜਾ ਰਹੇ ਹਾਂ, ਮੈਂ ਨਾਰਵੇ ਦੇ ਬਾਰੇ ਜੋ ਪੜ੍ਹ ਰਿਹਾ, ਜੋ ਮੈਨੂੰ ਸਮਝ ਆ ਰਹੀ ਹੈ, ਮੈਂ ਤੁਹਾਡੇ ਗੋਸ਼ਗੁਜ਼ਾਰ ਕਰਦਾ ਜਾ ਰਿਹਾ ਕਿ ਨਾਰਵੇ ਇੱਕ ਐਸੇ ਇਲਾਕੇ ਦੇ ਵਿੱਚ ਮੌਜੂਦ ਹੈ ਕਿ ਇੱਥੇ ਪੁਰਾਣੀ ਤਹਿਕੀਕ ਦੇ ਮੁਤਾਬਿਕ ਪਤਾ ਚੱਲਦਾ ਹੈ ਕਿ ਇੱਥੇ ਪਹਿਲੇ ਬਰਫ਼ ਹੀ ਬਰਫ਼ ਸੀ। ਫਿਰ ਇੱਕ ਦੌਰ ਆਇਆ ਕਿ ਬਰਫ਼ ਪਿਘਲਣਾ ਸ਼ੁਰੂ ਹੋਈ, ਸਮੁੰਦਰ ਵੱਡਾ ਹੋਇਆ ਤੇ ਜ਼ਮੀਨ ਨੂੰ ਤਰੱਕੀ ਕਰਨ ਦਾ ਜਿਹੜਾ ਹੈ ਉਹ ਮੌਕਾ ਮਿਲ ਗਿਆ। ਇਸੇ ਕਰਕੇ ਹੀ ਨਾਰਵੇ ਦੇਸ਼ ਦੇ ਵਿੱਚ ਇਨਸਾਨੀ ਜ਼ਿੰਦਗੀ ਦੇ ਜਿਹੜੇ ਨਿਸ਼ਾਨਾਤ ਨੇ ਉਹ ਸਮੁੰਦਰ ਦੇ ਕਰੀਬ ਹੀ ਮਿਲਦੇ ਨੇ। 11,000 ਕਬਲੇ ਮਸੀਹ ਤੋਂ ਲਗਭਗ 8,000 ਕਬਲੇ ਮਸੀਹ ਦੇ ਵਿਚਕਾਰ ਇੱਥੇ ਕੋਈ ਆਈਸ ਸ਼ੈਲਫ ਕਹਿ ਲਓ, ਬਰਫਾਨੀ ਤੋਦਾ ਕਹਿ ਲਓ, ਗਲੇਸ਼ੀਅਰ ਕਹਿ ਲਓ, ਜਾਂ ਫਿਰ ਬਰਫ਼ ਦਾ ਇੱਕ ਬਹੁਤ ਵੱਡਾ ਪਹਾੜ ਜਿਹੜਾ ਹੈ ਉਹ ਪਿਘਲਿਆ ਸੀ, ਜਿਸ ਤੋਂ ਬਾਅਦ ਇਨਸਾਨੀ ਜ਼ਿੰਦਗੀ ਦੇ ਆਸਾਰ ਇੱਥੇ ਜਿਹੜੇ ਨੇ ਉਹ ਮਿਲਦੇ ਨੇ। ਸਭ ਤੋਂ ਕਦੀਮ ਦਰਿਆਫਤ ਜੋ ਕਿ 6,000 ਕਬਲੇ ਮਸੀਹ ਤੋਂ 8,000 BC ਸਾਲ ਪੁਰਾਣੇ ਨੇ, ਮੁਲਕ ਦੇ ਜਨੂਬੀ ਹਿੱਸੇ ਦੇ ਵਿੱਚ ਇਨਸਾਨੀ ਜ਼ਿੰਦਗੀ ਦੇ ਆਸਾਰ ਜਾਂ ਰਿਹਾਇਸ਼ ਦੇ ਆਸਾਰ ਜਿਹੜੇ ਨੇ ਉਹ ਹੁਣ ਵੀ ਪੁਰਾਣੇ ਆਸਾਰ ਮੌਜੂਦ ਨੇ, ਜੋ ਤਹਿਕੀਕ ਦੱਸਦੀ ਹੈ ਕਿ ਇੱਥੇ ਪਹਿਲੇ ਲੋਕਾਂ ਦਾ ਜਿਹੜਾ ਕੰਮ ਸੀਗਾ ਜਾਂ ਜ਼ਿੰਦਗੀ ਦਾ ਜਿਹੜਾ ਗੁਜ਼ਰ ਬਸਰ ਸੀਗਾ ਉਹ ਮਾਹੀਗੀਰੀ ਸੀ, ਕਿਉਂਕਿ ਸਮੁੰਦਰ ਬਹੁਤ ਲੰਬਾ ਇਸ ਧਰਤੀ ਦੇ ਨਾਲ ਲੱਗਦਾ ਅਤੇ ਮੌਸਮ ਕਰਕੇ ਹਮਲਾਵਰ ਵੀ ਬਹੁਤ ਘੱਟ ਹੀ ਸੀਗੇ ਇੱਥੇ, ਅਤੇ ਲੋਕਾਂ ਦਾ ਗੁਜ਼ਰ ਬਸਰ ਜਿਹੜਾ ਸੀ ਉਹ ਮਾਹੀਗੀਰੀ ਜਾਂ ਫਿਰ ਮੱਛਲੀ ਜਾਂ ਸਮੁੰਦਰੀ ਜਾਨਵਰ ਖਾ ਕੇ ਪੇਟ ਭਰਦੇ ਸੀ ਅਤੇ ਉਹਦੇ ਨਾਲ ਹੀ ਕਾਰੋਬਾਰ ਵੀ ਕਰਦੇ ਸੀ। ਮਤਲਬ ਲੈਣ ਦੇਣ ਜਿਹੜਾ ਹੈ ਉਹ ਬਾਕੀ ਦੇਸ਼ਾਂ ਦੇ ਨਾਲ ਇਸੇ ਚੀਜ਼ ਦਾ ਕਰਦੇ ਸੀ। 2500 ਸਾਲ ਕਬਲੇ ਮਸੀਹ ਇੱਥੇ ਨਵੇਂ ਆਬਾਦਕਾਰ ਆਏ ਅਤੇ ਇਹ ਆਬਾਦਕਾਰ ਹਿੰਦ ਅਤੇ ਯੂਰਪ ਤੋਂ ਸੀਗੇ। ਮੈਨੂੰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਇਹ ਆਬਾਦਕਾਰਾਂ ਨੇ ਇਹਨਾਂ ਲੋਕਾਂ ਨੂੰ ਕਾਸ਼ਤਕਾਰੀ, ਖੇਤੀਬਾੜੀ ਦਾ ਜਿਹੜਾ ਸਲੀਕਾ ਹੈ, ਤਰੀਕਾ ਹੈ, ਉਹ ਸਿਖਾਇਆ। ਹੁਣ ਇੱਥੇ ਜਦੋਂ ਹਿੰਦ ਆਇਆ ਤਾਂ ਮੈਂ ਬੜਾ ਹੈਰਾਨ ਹੋਇਆ। ਹਿੰਦ ਦਾ ਮਤਲਬ ਤਾਂ ਹਿੰਦੁਸਤਾਨ ਹੀ ਹੈ, ਅਤੇ ਫਿਰ ਇੱਥੇ ਦੇ ਲੋਕਾਂ ਦਾ ਜਿਹੜਾ ਜ਼ਿੰਦਗੀ ਦਾ ਇਨਹਿਸਾਰ ਹੈ ਉਹ ਮਾਹੀਗੀਰਾਂ ਤੋਂ ਘੱਟ ਹੋਇਆ ਅਤੇ ਜ਼ਿਮੀਂਦਾਰਾਂ ਜਾਂ ਖੇਤੀਬਾੜੀ ਵਾਲੇ ਪਾਸੇ ਜ਼ਿਆਦਾ ਵੱਧ ਗਿਆ। ਲੇਕਿਨ ਹੁਣ ਇੱਕ ਚੀਜ਼ ਬੜੀ ਹੈਰਾਨੀ ਹੈ ਕਿ ਇੱਥੇ ਹਿੰਦ ਦਾ ਲਫ਼ਜ਼ ਆਇਆ ਹੈ। ਹਿੰਦ ਦਾ ਮਤਲਬ ਜ਼ਾਹਰ ਹੈ ਹਿੰਦੁਸਤਾਨ ਹੀ ਹੋਣਾ ਹੈ, ਔਰ ਹਿੰਦੁਸਤਾਨ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ। ਹੁਣ ਹਿੰਦੁਸਤਾਨ ਦਾ ਮਤਲਬ ਸਿਰਫ ਇੰਡੀਆ ਨਹੀਂ ਹੈ। ਹਿੰਦੁਸਤਾਨ ਪਹਿਲੇ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਜਾਂ ਹੋਰ ਆਲ ਦੁਆਲ ਦੇ ਇਲਾਕੇ ਨੂੰ ਪਹਿਲੇ ਪੁਰਾਣੇ ਜ਼ਮਾਨੇ ਦੇ ਵਿੱਚ ਹਿੰਦੁਸਤਾਨ ਹੀ ਕਿਹਾ ਜਾਂਦਾ ਸੀ। ਔਰ ਅਗਰ ਤੁਸੀਂ ਹਿੰਦੁਸਤਾਨ ਦੇ ਵਿੱਚ ਵੀ ਵੇਖ ਲਓ ਕਿ ਖੇਤੀਬਾੜੀ ਦਾ ਜਦੋਂ ਵੀ ਤੁਹਾਨੂੰ ਕੋਈ ਨਾਮ ਆਏਗਾ ਤਾਂ ਤੁਹਾਨੂੰ ਪੰਜਾਬੀ ਲੋਕ ਸਰੇ ਫਹਿਰਿਸਤ ਨਜ਼ਰ ਆਉਣਗੇ, ਅਤੇ ਹੋ ਸਕਦਾ ਹੈ ਕਿ ਉਹ ਲੋਕ ਜਿਹੜੇ ਨੇ ਉਹ ਪੰਜਾਬੀ ਹੋਣ ਜਾਂ ਹਿੰਦੁਸਤਾਨੀ ਹੋਣ। ਸੋ ਇਹ ਚੀਜ਼ ਪੜ੍ਹ ਕੇ ਨਾ ਮੈਨੂੰ ਫਿਰ ਇਕਬਾਲ ਦਾ ਇੱਕ ਸ਼ੇਰ ਯਾਦ ਆ ਗਿਆ ਕਿ ਨਹੀਂ ਹੈ ਨਾ ਉਮੀਦ ਇਕਬਾਲ ਆਪਣੇ ਕਸ਼ਤੇ ਵੀਰਾਂ ਸੇ, ਜ਼ਰਾ ਨਮ ਹੋ ਤੋ ਇਹ ਮਿੱਟੀ ਬੜੀ ਜ਼ਰਖੇਜ਼ ਹੈ ਸਾਕੀ। ਸੋ ਅਸੀਂ ਜਿਹੜੇ ਪਿੰਡ ਦੇ ਵਿੱਚੋਂ ਲੰਘ ਰਹੇ ਹਾਂ, ਬਹੁਤ ਹੀ ਖੂਬਸੂਰਤ ਅਤੇ ਸੋਹਣਾ ਪਿੰਡ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਪਿੰਡ ਸੋਹਣਾ ਹੈ ਉੱਥੇ ਆਲ ਦੁਆਲ ਆਬਸ਼ਾਰਾਂ ਜਿਹੜੀਆਂ ਪਹਾੜਾਂ 'ਚੋਂ ਨਿਕਲ ਰਹੀਆਂ ਨੇ। ਇੰਝ ਜਾਪ ਰਿਹਾ ਹੈ ਕਿ ਜਿਸ ਤਰ੍ਹਾਂ ਦੁੱਧ ਦੀਆਂ ਨਹਿਰਾਂ ਜਿਹੜੀਆਂ ਨੇ ਉਹ ਪਹਾੜਾਂ ਦੇ ਵਿੱਚੋਂ ਨਿਕਲ ਕੇ ਜ਼ਮੀਨ ਵਾਲੇ ਪਾਸੇ ਆ ਰਹੀਆਂ ਨੇ, ਅਤੇ ਜਿਹੜੇ ਲੋਕ ਇੱਥੇ ਵਸ ਰਹੇ ਹੋਣੇ ਨੇ ਇਸ ਪਿੰਡ ਦੇ ਵਿੱਚ, ਉਹਨਾਂ ਨੂੰ ਫਿਰ ਜੰਨਤ ਦੀਆਂ ਫੀਲਿੰਗਸ ਜਿਹੜੀਆਂ ਨੇ, ਸਵਰਗ ਦੀ ਫੀਲਿੰਗਸ ਜਿਹੜੀਆਂ ਨੇ ਉਹ ਆਉਂਦੀਆਂ ਹੋਣਗੀਆਂ। ਵਾਕਈ ਇਹ ਲੋਕ ਜੰਨਤ ਦੇ ਰਹਿਣ ਵਾਲੇ ਨੇ ਜੀ। ਰਸਤੇ ਦੇ ਵਿੱਚ ਇੱਕ ਹੋਰ ਇਮਾਨਦਾਰੀ ਦੀ ਮਿਸਾਲ ਵੇਖ ਲਓ। ਕੱਲ੍ਹ ਅਸੀਂ ਇੱਕ ਛੋਟੀ ਜਿਹੀ ਹੱਟੀ ਵੇਖੀ ਸੀ ਜਿਸ ਦੇ ਵਿੱਚ 200 ਤੋਂ 300 ਯੂਰੋ ਦਾ ਸਾਮਾਨ ਮੌਜੂਦ ਸੀ, ਪਰ ਉੱਥੇ ਦੁਕਾਨਦਾਰ ਨਹੀਂ ਸੀ। ਕੁਝ ਅਜਿਹਾ ਇੱਥੇ ਵੀ ਹੈ। ਆਪਾਂ ਅਮੂਮਨ ਕੁਛ ਵੀਡੀਓ ਵੀ ਵੇਖੀਆਂ ਨੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਜਾਂ ਜੋ ਵੀ ਡਿਵੈਲਪ ਦੇਸ਼ ਨੇ, ਔਰ ਪਿਛਲੇ ਕੁਛ ਦਿਨ ਤੋਂ ਮੈਂ ਸਾਹਮਣੇ ਵੀ ਵੇਖ ਰਿਹਾ ਕਿ ਅਮੂਮਨ ਛੋਟੀਆਂ ਮੋਟੀਆਂ ਹਰਟਸ ਮੌਜੂਦ ਨੇ ਪਰ ਉੱਥੇ ਦੁਕਾਨਦਾਰ ਨਹੀਂ ਹਨ। ਪਰ ਇਹ ਤਾਂ ਟੂ ਮੱਚ ਹੋ ਗਿਆ। ਤੁਸੀਂ ਵੇਖ ਸਕਦੇ ਹੋ ਕਿ ਏਡੀ ਵੱਡੀ ਦੁਕਾਨ ਹੈ ਪਰ ਇੱਥੇ ਦੁਕਾਨਦਾਰ ਇਜ਼ ਨਿਸ਼ਤਾ।
ਹੁਣ ਆ ਵੇਖ ਲਓ ਕਿ ਇਸ ਦੁਕਾਨ ਦੇ ਵਿੱਚ ਜਿਹੜਾ ਸੌਦਾ ਮੌਜੂਦ ਹੈ, ਇੱਥੇ ਵੰਨ ਸਵੰਨੇ ਐਪਲ ਦੇ ਜਿਹੜੇ ਪ੍ਰੋਡਕਟਸ ਨੇ ਉਹ ਮੌਜੂਦ ਨੇ। ਸੇਬ ਤੋਂ ਬਣਿਆ ਹੋਈਆਂ ਸ਼ੈਵਾਂ ਜਿਹੜੀਆਂ ਨੇ, ਜਿਸ ਵਿੱਚ ਸਾਬਣ, ਚਟਨੀ, ਅਚਾਰ, ਜੈਮ ਜਾਂ ਐਪਲ ਕੋਲਡ ਡਰਿੰਕਸ ਵਗੈਰਾ ਬੇਸ਼ਤਰ ਚੀਜ਼ਾਂ ਇਸ ਦੀਆਂ ਨੇ, ਵੰਨ ਸਵੰਨੀਆਂ ਚੀਜ਼ਾਂ। ਫਿਰ ਅਸੀਂ ਅੰਦਾਜ਼ਾ ਲਾਇਆ ਕਿ ਇਸ ਦੁਕਾਨ ਦੇ ਵਿੱਚ ਲਗਭਗ 9 ਤੋਂ 10 ਹਜ਼ਾਰ ਯੂਰੋ ਦਾ ਸਾਮਾਨ ਮੌਜੂਦ ਹੈ, ਜੋ ਇੰਡੀਅਨ 9 ਲੱਖ ਅਤੇ ਪਾਕਿਸਤਾਨੀ ਤਕਰੀਬਨ 27 ਲੱਖ ਰੁਪਈਆ ਬਣਦਾ ਹੈ। ਸੋ ਇਹ ਤੁਸੀਂ ਵੇਖ ਲਓ ਕਿ 27 ਲੱਖ ਰੁਪਈਆ ਉਹ ਪਿਆ ਜੇ ਅਤੇ ਦੁਕਾਨਦਾਰ ਕੋਈ ਨਹੀਂ ਹੈ। ਮਤਲਬ ਇਹ ਕਿ ਇੱਥੇ ਦੇ ਲੋਕ ਕਾਫੀ ਇਮਾਨਦਾਰ ਨੇ। ਔਰ ਅਕਸਰ ਅਸੀਂ ਇਹੋ ਜਿਹੀ ਕੋਈ ਵੀ ਚੀਜ਼ ਵਿਖਾਉਂਦੇ ਹਾਂ ਅਤੇ ਬਹੁਤ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਵੀ ਕਰਦੇ ਆ ਕਿ ਤੁਸੀਂ ਕੰਪੈਰੀਜ਼ਨ ਨਾ ਕਰਿਆ ਕਰੋ। ਪਰ ਇਹ ਚੀਜ਼ਾਂ ਸਾਨੂੰ ਕੰਪੈਰੀਜ਼ਨ ਕਰਨ ਦਾ ਮਕਸਦ ਇਹ ਹੈ ਕਿ ਯਾਰ ਇਹ ਚੀਜ਼ਾਂ ਸਾਡੇ ਮੁਲਕ ਦੇ ਵਿੱਚ ਨਹੀਂ ਹੈਗੀਆਂ। ਨਾ ਹੀ ਆਪਾਂ ਵੱਡੇ ਵੱਡੇ ਮੰਦਰ, ਮਸਜਿਦਾਂ, ਗੁਰਦੁਆਰੇ ਬਣਾ ਲਏ ਔਰ ਅਸੀਂ ਚੌੜੇ ਹੋ ਕੇ ਕਹਿੰਦੇ ਹਾਂ ਕਿ ਅਸੀਂ ਤਾਂ ਬੜੇ ਮਜ਼ਹਬੀ ਲੋਕ ਹਾਂ। ਪਰ ਮਾफ़ ਕਰਨਾ, ਇਹੋ ਜਿਹੀ ਇਨਸਾਨੀਅਤ ਸਾਡੇ ਵਿੱਚ ਕੋਈ ਨਹੀਂ ਹੈ। ਤੁਸੀਂ ਇਹੋ ਜਿਹੀ ਦੁਕਾਨ ਆਪਣੇ ਮੁਲਕਾਂ 'ਚ ਖੋਲ੍ਹ ਕੇ ਵੇਖ ਲਓ, ਤੁਹਾਡਾ ਕੀ ਹਸ਼ਰ ਹੋਣਾ ਜੇ। ਬਹਰਹਾਲ ਇੱਥੇ ਇਹ ਵੇਖੋ, ਪੈਸੇ ਵੀ ਪਏ ਹੋਏ ਨੇ। ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਤੁਸੀਂ ਇਹਦੇ ਵਿੱਚ, ਇਸ ਡੱਬੇ ਦੇ ਵਿੱਚ ਪੈਸੇ ਰੱਖ ਕੇ ਚਲੇ ਜਾਓ, ਸਮਾਨ ਆਪਣੇ ਨਾਲ ਲੈ ਜਾਓ। ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਪੇਪਾਲ ਦਾ ਅਕਾਊਂਟ ਦਿੱਤਾ ਹੋਇਆ, ਤੁਸੀਂ ਘਰ ਜਾ ਕੇ ਇਹਨਾਂ ਨੂੰ ਪੈਸੇ ਪਾ ਦਿਓ। ਉਹ ਸਾਹਮਣੇ ਵੇਖੋ ਯਾਰ, ਪਹਾੜ ਦੇ ਸਿਰੇ ਤੋਂ ਆਬਸ਼ਾਰ ਡਿੱਗ ਰਹੀ ਹੈ। ਆਲ ਦੁਆਲ ਦਾ ਸਾਰਾ ਇਲਾਕਾ ਨਾ ਇਹਨੇ ਸੋਹਣਾ ਕਰ ਦਿੱਤਾ ਹੈ। ਕੀ ਬਾਤ ਹੈ ਜੀ। ਅੰਦਰ ਹੀ ਜਾਣਾ ਵਾ, ਅੰਦਰ ਹੀ ਜਾਣਾ। ਅੰਦਰ ਆ ਗਿਓ। ਮੈਂ ਕਿਹਾ ਤੇਰਾ ਸੜਕ ਜਾਂਦੀ ਵੀ ਕਿਤੇ। ਇਹ ਕਿੱਦਾਂ ਦੀ ਹੋਇਆ ਯਾਰ, ਤੁਹਾਨੂੰ ਬੱਤੀਆਂ ਨਹੀਂ ਹੈਗੀਆਂ ਇੱਥੇ। ਵਾਹ 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 ਵਾਹ। ਜੀ ਵੇਖੀ ਜਾਓ ਬਸ ਤੁਸੀਂ, ਰਾਤ ਦੇ ਤਾਂ 12 ਵਜ ਗਏ ਆ। ਟਾਈਮ ਕਿੰਨਾ ਹੋ ਗਿਆ? 12। ਵਾਹ। ਅਫਸਰਾਂ ਦਾ ਭੰਡਾਰ ਜਿਹੜਾ ਹੈ ਉਹ ਹਾਂ, ਮੈਂ ਉਹੀ ਲੱਗਾ ਕਹਿਣ ਵੀ ਮੈਂ ਨਾ ਨੈਚੁਰਲ ਦੇ ਤਰੀਕੇ ਨਾਲ ਮੈਂ ਕੈਮਰਾ ਨੂੰ ਟੌਪ ਤੇ ਰੱਖਦਾ ਹਾਂ। ਪਤਾ ਨਹੀਂ ਯਾਰ ਰੱਖਦਾ ਸੀ, ਹੁਣ ਹੋ ਗਿਆ ਵੀ 200 ਕਿਲੋਮੀਟਰ ਦੀ ਅਜੇ ਆਪਣੀ ਡਰਾਈਵ ਸੀ ਅੱਜ ਦੀ ਆਪਣੀ, 200 ਸਵਾ 200 ਕਿਲੋਮੀਟਰ। ਇੰਨੇ ਝਰਨੇ ਵਗੈਰਾ ਜਾਂ ਇੰਨੇ ਬੰਬ ਵਿਊ 200 ਕਿਲੋਮੀਟਰ ਦੀ ਰਾਈਡ ਤੇ ਮੈਂ ਨਹੀਂ ਅਜੇ ਤੱਕ ਦੇਖੇ ਸੀ। ਜੇ ਆਪਾਂ ਗਿਣਤੀ ਕਰਦੇ ਆਉਂਦੇ ਨਾ ਤੇ 200 ਕਿਲੋਮੀਟਰ ਦੇ ਉੱਤੇ ਅਜੇ ਪਤਾ ਹੀ ਨਹੀਂ ਆ ਸਾਡੇ ਸੱਜਿਓਂ ਖੱਬਿਓਂ ਉੱਪਰੋਂ ਡਿੱਗਦੇ ਕਿੰਨੇ ਲੰਘੇ, ਕਿਉਂਕਿ ਇੱਦਾਂ ਦੀ ਸੜਕ ਆ ਉੱਤੇ ਹੁਣ ਪਾਰਕ ਨਹੀਂ ਲਾ ਸਕਦੇ ਹਨਾ। ਇੱਕਦਮ ਹੀ ਆਉਂਦਾ ਝਰਨਾ ਲੰਘ ਜਾਂਦੇ ਵੀ 100 ਦੇ ਲਾਗੇ ਤੇ ਹੈਗੇ ਸੀ ਵੀ ਕਈ ਤੇ ਇੱਕ ਜਗ੍ਹਾ ਹੀ 4-5 ਡਿੱਗਣ ਡੇ ਪਿੰਡਾਂ ਦੇ ਵਿੱਚ। ਕੱਲ ਉੱਥੇ ਤਾਂ 50 ਇਕੱਠੇ ਕੀਤੇ ਉੱਥੇ। ਹੋਰ ਗੱਲ ਉਹ ਪਤਾ ਨਹੀਂ ਕਿੰਨੇ ਕੋ ਇਕੱਠੇ ਹੋ ਗਏ ਡਿੱਗਣ ਡੇ ਨਾ ਵੀ ਨਾ। ਬਾਕੀ ਮਹਾਰਾਜ ਵੀ ਨਾਰਵੇ ਲੈ ਜਾਣਾ ਨੰਬਰ ਮੈਨੂੰ ਲੱਗਦਾ ਵੀ ਦੁਨੀਆ ਦੀ ਨਹੀਂ। ਚਲੋ ਮੈਂ ਆਂਦਾ ਵੀ ਜਿਹੜੀਆਂ ਮੈਂ ਕੰਟਰੀਆਂ ਘੁੰਮੀਆਂ ਉਹਨਾਂ ਚੋਂ ਸਭ ਤੋਂ ਸੋਹਣੀ ਕੰਟਰੀ ਆ ਨਾਰਵੇ ਨੇ ਨੰਬਰ ਚੱਕ ਲੈਣਾ। ਵਾਹ ਓਏ ਮੇਰੇ ਰੱਬਾ, ਕੀ ਬਾਤਾਂ ਤੇਰੀਆਂ,
क्या ही बातां तेरियां। मैं कहना सारे ना ਭੰਡਾਰ ਆਬਸ਼ਾਰਾਂ ਦੇ, ਝਰਨਿਆਂ ਦੇ, ਝੀਲਾਂ ਦੇ ਨਾ ਉਹ ਤੂੰ ਨਾਰਵੇ ਨੂੰ ਦੇ ਛੱਡੇ ਆ। ਲਓ ਜੀ ਅਸੀਂ ਟਰੋਲ ਟੁੰਗਾ ਦੇ ਰਾਸਤੇ ਦੇ ਵਿੱਚ ਆ। ਰਾਹ ਤੇ ਤੁਸੀਂ ਵੇਖਿਆ ਕਿ ਕਿੰਨਾ ਖੂਬਸੂਰਤ ਸੀ, ਲੇਕਿਨ ਹੁਣ ਸਾਡਾ ਤਕਰੀਬਨ 20-25 ਕਿਲੋਮੀਟਰ ਰਹਿੰਦਾ ਸੀਗਾ ਤੇ ਵੈਸੇ ਤਾਂ ਸਾਰਾ ਪਹਾੜੀ ਇਲਾਕਾ ਹੈ, ਲੇਕਿਨ ਇੱਥੇ ਇਹ ਸਾਈਨ ਮਿਲ ਗਿਆ ਹੈ ਕਿ 5.2 ਜਿਹੜੀ ਹੈ ਉਹ ਗੱਡੀ ਦੀ ਜਿਹੜੀ ਲੈਂਥ ਹੋਏਗੀ ਉਹੀ ਗੱਡੀ ਅੱਗੇ ਜਾ ਸਕਦੀ ਹੈ। ਇੱਥੇ ਹੁਣ ਸਾਡੀ ਗੱਡੀ ਜਿਹੜੀ ਹੈ ਉਹ ਤਕਰੀਬਨ 7 ਮੀਟਰ ਦੀ ਹੈ, ਸੋ ਹੁਣ ਆਪਾਂ ਅੱਗੇ ਤੇ ਨਹੀਂ ਜਾ ਸਕਦੇ। ਰਾਤ ਇੱਥੇ ਗੁਜ਼ਾਰਨੀ ਹੋਏਗੀ, ਬਲਕਿ ਇੱਥੇ ਲਿਖਿਆ ਵੀ ਹੋਇਆ ਕਿ ਮੈਕਸਿਮਮ 5.2 ਮੀਟਰ, ਪਰ ਸਾਡੀ ਹੈ 7 ਮੀਟਰ ਦੀ। ਤੇ ਟੋਲ ਪਲਾਜ਼ਾ ਹੈ ਇੱਥੇ ਤਕਰੀਬਨ ਰੋਡ ਟੋਲ 200 ਉੱਪਰ ਲਿਖਿਆ ਹੈ ਰੋਡ ਟੋਲ 200, ਯਾਨੀ ਕਿ 20 ਯੂਰੋ ਪਾਕਿਸਤਾਨੀ ਕੁਛ 6000 ਰੁਪਇਆ। ਇਸ ਤੋਂ ਇਲਾਵਾ ਸੇਮ ਡੇ, 2 ਡੇਜ਼, 3 ਡੇਜ਼ ਉਹ ਅਲੱਗ-ਅਲੱਗ ਰੇਟ ਹੈ। ਖੈਰ ਗੱਲ ਕਰਨ ਦਾ ਮਕਸਦ ਇਹ ਕਿ ਹੁਣ ਅਸੀਂ ਪਲਾਨ ਸਾਡਾ ਅੱਧਾ ਕੁ ਖ਼ਰਾਬ ਹੋ ਗਿਆ ਕਿਉਂਕਿ ਗੱਡੀ ਇਹ ਉੱਪਰ ਜਾ ਨਹੀਂ ਸਕਦੀ ਤੇ ਅਸੀਂ ਹੁਣ ਵੇਖਣਾ ਹੈ ਕਿ ਉੱਪਰ ਕਿਸ ਤਰ੍ਹਾਂ ਜਾਣਾ ਹੈ। ਸੁਬਾਹ ਸਾਨੂੰ ਕੋਈ ਕਾਰ ਗੱਡੀ ਵਗੈਰਾ ਕਰਨੀ ਪਏਗੀ। ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ P2 ਔਰ P3 ਵੀ ਫੁੱਲ ਹੈਗੀਆਂ ਨੇ ਤੇ ਸਾਨੂੰ ਇੱਥੇ ਕਿੱਥੇ ਹੀ ਪਾਰਕਿੰਗ ਲੱਭਣੀ ਪੈਣੀ ਕਿਉਂਕਿ ਅਸੀਂ ਕਾਫੀ ਥੱਕ ਚੁੱਕੇ ਹਾਂ ਔਰ ਸੁਬਾਹ ਦੀ ਹਾਈਕ ਵੀ ਹੈ। ਵੈਸੇ ਜੋ ਇਨਸਟਰਕਸ਼ਨਸ ਅਸੀਂ ਇੰਟਰਨੈਟ ਤੇ ਪੜ੍ਹੀਆਂ ਨੇ, ਸਾਨੂੰ ਨਹੀਂ ਲੱਗਦਾ ਕਿ ਅਸੀਂ ਕੱਲ ਆਪਣੀ ਹਾਈਕ ਅਸੀਂ ਕਰ ਸਕਾਂਗੇ ਕਿਉਂਕਿ ਸਾਡੇ ਕੋਲ ਹਾਈਕਿੰਗ ਸ਼ੂਜ਼ ਨਹੀਂ ਹੈਗੇ। ਸੋ ਕੱਲ ਸੁਬਾਹ ਪਹਿਲੇ ਆ ਕੇ ਦੀਆਂ ਸਾਰੀ ਮਾਲੂਮਾਤ ਲਵਾਂਗੇ। ਅਗਰ ਸਾਡੇ ਕੋਲ ਸਾਰੀਆਂ ਚੀਜ਼ਾਂ ਮੁਕੰਮਲ ਹੋਣਗੀਆਂ ਤੇ ਅਸੀਂ ਕੱਲ ਹਾਈਕ ਕਰਾਂਗੇ, ਨਹੀਂ ਤਾਂ ਅਸੀਂ ਪਰਸੋਂ ਹਾਈਕ ਕਰਾਂਗੇ। ਸੋ ਹੁਣ ਅਸੀਂ ਵੀ ਵਿਸ਼ਰਾਮ ਕਰਨਾ ਹੈ, ਆਰਾਮ ਚੁੱਕੇ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੈ। ਸੋ ਸਾਨੂੰ ਦਿਓ ਇਜਾਜ਼ਤ, ਕੱਲ ਸੁਬਾਹ ਫਿਰ ਤੁਹਾਨੂੰ ਮਿਲਦੇ ਹਾਂ। ਗਲਤੀ ਗੁਸਤਾਖੀ ਦੀ ਮੁਆਫੀ, ਸ਼ਬੇ ਬਖੈਰ, ਰੱਬ ਰਾਖਾ ਜੀ।